हेलो स्टूडेंट्स, वेलकम टू कुब्बा लर्नोलॉजी फ्री एजुकेशन चैनल। विद्यार्थी साथियों, जिवें कि तुसीं साडे चैनल उपर ਵੱਖ-ਵੱਖ पेपरां ਦੀ प्रिपरेशन कर रहे हो, सो ਤੁਹਾਨੂੰ ਸਭ ਨੂੰ ਪਤਾ ਇਹ ਚੈਨਲ ਐਨਟੀਟੀ ਜੋ ਸਟੂਡੈਂਟ DECE ਭਾਵ ਕਿ ਡਿਪਲੋਮਾ ਇਨ अर्ਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ ਕਰਦੇ ਹਨ ਇਗਨੂ ਤੋਂ, ਉਹਨਾਂ ਦੀ ਪੜ੍ਹਾਈ ਦੇ ਲਈ ਬਿਲਕੁਲ ਫ੍ਰੀ ਦੇ ਵਿੱਚ ਚੈਨਲ ਬਣਾਇਆ ਗਿਆ ਸੀ ਔਰ ਸਾਰੀਆਂ ਕਲਾਸਾਂ ਜਿਹੜੀਆਂ ਨੇ ਲੱਗੀਆਂ ਇਸੇ ਚੈਨਲ ਦੇ ਉੱਪਰ। फ्री ਦੇ ਵਿੱਚ ਆਪਾਂ ਅਸਾਈਨਮੈਂਟਸ ਪ੍ਰੋਵਾਈਡ ਕਰਵਾਏ ਔਰ ਪ੍ਰੋਜੈਕਟ ਸੀ ਜਿਹੜੇ ਉਹ ਵੀ ਪ੍ਰੋਵਾਈਡ ਕਰਵਾਏ। ਸੋ ਸਟੂਡੈਂਟਸ, ਇਸ ਚੈਨਲ ਨੂੰ ਇਸ ਤਰ੍ਹਾਂ ਹੀ ਪਿਆਰ ਕਰਦੇ ਰਹੋ। ਤੁਹਾਡਾ ਆਪਣਾ ਚੈਨਲ ਹੈ, ਇਸ ਚੈਨਲ ਨੂੰ ਆਪਾਂ ਬੁਲੰਦੀਆਂ ਤੱਕ ਲੈ ਕੇ ਜਾਣਾ ਹੈ ਔਰ ਜਾਣਾ ਕਿਹਦੀ ਮਦਦ ਨਾਲ ਆ? ਤੁਹਾਡੀ ਮਦਦ ਨਾਲ। ਤਾਂ ਇਸ ਕਰਕੇ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ, ਆਪਣੀ ਵੀਡੀਓ ਦੇ ਲਿੰਕ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ। ਸੋ ਸਟੂਡੈਂਟਸ, ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਕਿ ਐਤਵਾਰ ਯਾਨੀ ਕਿ ਸੰਡੇ ਨੂੰ ਕਲਾਸ ਜਿਹੜੀ ਹੈ 9 ਵਜੇ ਨਹੀਂ ਹੋਏਗੀ, ਉਹ 10 ਵਜੇ ਹੀ ਲੱਗਿਆ ਕਰੇਗੀ, ਸਵੇਰ 10 ਵਜੇ ਜਾਂ ਸ਼ਾਮ ਨੂੰ 5 ਵਜੇ। ਤਾਂ ਇਸ ਕਰਕੇ ਸਾਰੇ ਸਟੂਡੈਂਟਸ ਨੂੰ ਇਹੀ ਹੈ ਕਿ ਆਪਣਾ ਸੰਡੇ ਆਰਾਮ ਨਾਲ ਉੱਠੋ ਔਰ 10 ਵਜੇ ਜਿਹੜਾ ਕਲਾਸ ਨੂੰ ਅਟੈਂਡ ਜ਼ਰੂਰ ਕਰੋ। ਸਟੂਡੈਂਟਸ, ਤੁਹਾਨੂੰ ਪਤਾ ਆਪਾਂ ਮਾਡਰਨ ਇੰਡੀਆ ਹਿਸਟਰੀ ਕਰ ਚੁੱਕੇ ਹਾਂ, ਉਹਦੇ 25 ਲੈਕਚਰ ਆ ਜਿਹੜੇ ਸਾਡੇ ਚੈਨਲ ਦੀ ਪਲੇਲਿਸਟ ਦੇ ਉੱਪਰ ਮਿਲ ਜਾਣਗੇ। ਮਾਡਰਨ ਇੰਡੀਆ ਨਾਮ ਦੀ ਪਲੇਲਿਸਟ ਹੈ, ਉਹਦੇ ਵਿੱਚੋਂ ਸੀਕੁਐਂਸ ਵਾਈਜ਼ 25 ਜਿਹੜੇ ਆ ਤੁਸੀਂ ਵੀਡੀਓਜ਼ ਦੇਖ ਕੇ ਉੱਥੋਂ ਆਪਣੀ ਤਿਆਰੀ ਕਰ ਸਕਦੇ ਹੋ। ਇੱਕ ਇੱਕ ਪੁਆਇੰਟ ਪੂਰਾ ਡੀਪ ਦੇ ਵਿੱਚ ਕਰਵਾਇਆ ਗਿਆ, ਕੋਈ ਵੀ ਪੁਆਇੰਟ ਹੈ ਜਿਹੜਾ ਨਹੀਂ ਛੱਡਿਆ ਗਿਆ ਜਿਹੜਾ ਕਿ ਪੇਪਰ ਦੇ ਵਿੱਚ ਨਾ ਆਏ। ਔਰ ਇਸ ਤੋਂ ਬਾਅਦ ਆਪਾਂ ਸ਼ੁਰੂ ਕੀਤੀ ਮੈਡੀਵਲ ਇੰਡੀਆ ਯਾਨੀ ਕਿ ਮੱਧਕਾਲ ਭਾਰਤ ਦਾ ਇਤਿਹਾਸ। 24 ਵੀਡੀਓ ਹੋ ਗਈਆਂ ਸੀ, ਅੱਜ ਸਾਡੀ ਲਾਸਟ ਵੀਡੀਓ ਆ, 25ਵੀਂ ਆ। ਤਾਂ ਇਹਦੇ ਨਾਲ ਹੀ ਕੀ ਆਪਣਾ ਮੈਡੀਵਲ ਇੰਡੀਆ ਜਿਹੜਾ ਉਹ ਕੰਪਲੀਟ ਹੋ ਜਾਏਗਾ। ਠੀਕ ਹੈ ਜੀ। ਤਾਂ ਆਪਾਂ ਮਾਸਟਰ ਕੈਡਰ ਵੇਲੇ ਮੌਕ ਟੈਸਟ ਵੀ ਲਏ ਸੀਗੇ ਔਰ ਨਾਲ ਹੀ 4-5 ਲੈਕਚਰ ਪੋਲਿਟੀ ਦੇ ਵੀ ਲਾਏ ਸੀ। ਜਿਹੜੇ ਸਟੂਡੈਂਟ ਆ ਨਾ, ਪੋਲਿਟੀ ਜਿਹੜਾ ਸੀ ਕੁਝ ਟੌਪਿਕ ਜਿਹੜੇ ਕਮਜ਼ੋਰ ਸੀਗੇ ਤਾਂ ਉਹਨਾਂ ਨੂੰ ਆਪਾਂ ਕਰਵਾਇਆ ਸੀ ਔਰ ਸਾਡੇ ਮੌਕ ਟੈਸਟ ਦੇ ਵਿੱਚੋਂ ਤੁਸੀਂ ਚੈੱਕ ਕਰ ਸਕਦੇ ਹੋ ਪੇਪਰ ਆਇਆ ਜਾਂ ਨਹੀਂ ਆਇਆ। ਠੀਕ ਹੈ, ਤੁਸੀਂ ਇਸੇ ਚੈਨਲ ਦੇ ਉੱਪਰ ਮੌਕ ਟੈਸਟ ਪਏ ਆ, ਖੋਲ ਕੇ ਚੈੱਕ ਕਰ ਲਓ ਔਰ ਦੇਖੋ ਕਿ ਮਾਸਟਰ ਕੈਡਰ ਦਾ ਜਦੋਂ ਪੇਪਰ ਹੋਇਆ ਸੀ ਔਰ ਸਾਡੇ ਮੌਕ ਟੈਸਟ ਦਾ ਜਿਹੜਾ ਕੰਮ ਸੀਗਾ ਬਿਲਕੁਲ ਰਲਦਾ ਮਿਲਦਾ ਸੀ। ਔਰ ਨਾਲ ਹੀ ਮੈਂ ਤੁਹਾਨੂੰ ਦੱਸ ਦੇਵਾਂ, ਉਹੀ ਕੁਐਸਚਨ ਉਹੀ ਜਿਹੜੇ ਨੇ ਆਪਸ਼ਨਸ ਬਣਾਈਆਂ ਸੀ ਜਿਹੜੀਆਂ ਆਪਾਂ ਤਿਆਰ ਕੀਤੀਆਂ ਸੀ ਔਰ ਇਹ ਆਪਾਂ ਪੇਪਰ ਤੋਂ ਇੱਕ ਦਿਨ ਪਹਿਲਾਂ ਮੌਕ ਟੈਸਟ ਜਿਹੜਾ ਲਿਆ ਸੀਗਾ। ਚਲੋ ਸਟੂਡੈਂਟਸ, ਆਪਾਂ ਅੱਜ ਦੇ ਆਪਣੇ ਪਹਿਲੇ ਪ੍ਰਸ਼ਨ ਦੀ ਸ਼ੁਰੂਆਤ ਕਰਦੇ ਹਾਂ। ਜਿਨ੍ਹਾਂ ਸਟੂਡੈਂਟਸ ਨੇ ਹਜੇ ਤੱਕ ਚੈਨਲ ਜਿਹੜਾ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਜ਼ਰੂਰ ਕਰ ਲੈਣ। ਆਪਾਂ ਅੱਜ ਦੇ ਪਹਿਲੇ ਪ੍ਰਸ਼ਨ ਵੱਲ ਨੂੰ ਵਧਦੇ ਹਾਂ। ਬੰਗਾਲ ਨੂੰ ਦਿੱਲੀ ਸਲਤਨਤ ਵਿੱਚ ਕਿਸ ਨੇ ਸ਼ਾਮਿਲ ਕੀਤਾ? ਦੱਸੋ ਜੀ, ਕਿਸ ਨੇ ਸ਼ਾਮਿਲ ਕੀਤਾ ਸੀ? ਅਲਾਉਦੀਨ ਖਿਲਜੀ, ਬੀ ਤੇ ਆਪਣੇ ਕੋਲੇ ਮੁਹੰਮਦ ਬਿਨ ਤੁਗਲਕ, ਸੀ ਤੇ ਬਖਤਿਆਰ ਖਿਲਜੀ ਔਰ ਡੀ ਤੇ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਦੱਸੋ ਜੀ, ਇਹਨਾਂ ਤਿੰਨਾਂ ਚ ਪਈ ਆ ਆਪਸ਼ਨ, ਉਹ ਕਿਹੜੀ ਸੀ? ਤਾਂ ਆਪਣੇ ਕੋਲੇ ਸਟੂਡੈਂਟਸ ਰਾਈਟ ਆਪਸ਼ਨ ਹੋ ਜਾਏਗੀ ਸੀ, ਬਖਤਿਆਰ ਖਿਲਜੀ। ਇਸ ਦੇ ਨਾਮ ਹੀ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਇਸ ਦਾ ਪੂਰਾ ਨਾਮ ਕੀ ਸੀ। ਇਸ ਦਾ ਪੂਰਾ ਨਾਮ ਸੀ ਅਖਤਿਆਰੁਦੀਨ ਮੁਹੰਮਦ, ਅਖਤਿਆਰੁਦੀਨ ਮੁਹੰਮਦ ਬਿਨ ਬਖਤਿਆਰ ਖਿਲਜੀ, ਇਹ ਇਹਦਾ ਜਿਹੜਾ ਸੀ ਪੂਰਾ ਨਾਮ ਸੀ। ਅੱਗੇ ਸਟੂਡੈਂਟਸ ਆਪਣੇ ਕੋਲੇ ਅੱਜ ਦਾ ਦੂਜਾ ਪ੍ਰਸ਼ਨ ਹੈ, ਗਿਆਸੁਦੀਨ ਤੁਗਲਕ ਨੇ ਬੰਗਾਲ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ? ਤਾਂ ਦੇਖੋ ਜੀ, ਪਹਿਲੇ ਤਾਂ ਆਪਾਂ ਨੂੰ ਕਲੀਅਰ ਹੁੰਦਾ ਪਿਆ ਕਿ ਬੰਗਾਲ ਨੂੰ ਵੰਡਣ ਵਾਲਾ ਕੌਣ ਸੀਗਾ। ਮੱਧਕਾਲ ਭਾਰਤ ਦੇ ਵਿੱਚ ਤਾਂ ਉਹ ਸੀਗਾ ਗਿਆਸੁਦੀਨ ਤੁਗਲਕ ਸੀਗਾ ਔਰ ਇਸ ਨੇ ਇਸ ਨੂੰ ਕਿੰਨੇ ਭਾਗਾਂ ਦੇ ਵਿੱਚ ਵੰਡਿਆ? ਤਾਂ ਉਹ ਪੁੱਛਿਆ ਆਪਣੇ ਕੋਲੋਂ। ਏ ਤੇ ਆਪਣੇ ਕੋਲੇ ਆਪਸ਼ਨ ਆ ਲਖਨੌਤੀ, ਬੀ ਤੇ ਸੁਨਾਰ, ਸੀ ਤੇ ਸਾਤਗਾਉਂ। ਇੱਥੇ ਆਣਾ ਸੀ ਉਪਰੋਕਤ ਸਾਰੇ, ਉਪਰੋਕਤ ਸਾਰੇ। ਤਾਂ ਸਟੂਡੈਂਟਸ ਆਪਣੇ ਕੋਲੇ ਡੀ ਆਪਸ਼ਨ ਬਿਲਕੁਲ ਸਹੀ ਹੋ ਜਾਏਗੀ। ਇੰਨਿਆਂ 3 ਭਾਗਾਂ ਚ ਵੰਡਿਆ ਸੀ। ਏ ਤੇ ਲਖਨੌਤੀ ਆ, ਬੀ ਤੇ ਸੁਨਾਰ ਆ ਤੇ ਸਾਤਗਾਉਂ, ਇਹ ਤਿੰਨਾਂ ਚ ਵੰਡਿਆ ਸੀ। ਔਰ ਮੈਂ ਤੁਹਾਨੂੰ ਹੋਰ ਥੋੜਾ ਪੜ੍ਹਾ ਦਿਆਂ। ਲਖਨੌਤੀ ਜਿਹੜਾ ਸੀ ਇਹਨੂੰ ਗੌਰ ਜਾਂ ਗੌੜ ਕਹਿ ਕੇ ਬੁਲਾਇਆ ਜਾਂਦਾ ਸੀ। ਠੀਕ ਹੈ ਜੀ। ਔਰ ਇਹ ਕਿਹੜੇ ਪਾਸੇ ਹੈਗਾ? ਇਹ ਹੈਗਾ ਜੀ ਉੱਤਰੀ ਬੰਗਾਲ, ਉੱਤਰੀ ਬੰਗਾਲ। ਸੁਨਾਰ ਦੀ ਗੱਲ ਕਰ ਲਈਏ ਤਾਂ ਇਹ ਕਿਹੜਾ ਵੰਡਿਆ ਸੀਗਾ? ਪੱਛਮੀ ਬੰਗਾਲ। ਠੀਕ ਹੈ ਜੀ। ਔਰ ਸਾਤਗਾਉਂ ਜਾਂ ਸਾਤਗਾਂਵ ਕਹਿ ਦਿੰਦੇ ਇਹਨੂੰ, ਤਾਂ ਇਹ ਕਿਹੜਾ ਸੀਗਾ? ਦੱਖਣੀ ਬੰਗਾਲ ਸੀਗਾ। ਇਸ ਤਰੀਕੇ ਦੇ ਨਾਲ ਸਟੂਡੈਂਟਸ ਤੁਸੀਂ ਯਾਦ ਰੱਖਣਾ। ਸਟੂਡੈਂਟਸ, ਮੈਂ ਸਾਰੀਆਂ ਆਪਸ਼ਨਸ ਤਾਂ ਹੀ ਬੋਲਦਾ, ਕਈ ਵਾਰੀ ਕੀ ਹੁੰਦਾ ਸਾਡੇ ਪ੍ਰਸ਼ਨ ਦੇ ਵਿੱਚ ਸਾਰੀਆਂ ਆਪਸ਼ਨਸ ਕੋਈ ਨਾ ਕੋਈ ਰਾਜ ਲੈ ਕੇ ਜਿਹੜਾ ਲੁਕੋ ਕੇ ਬੈਠੀ ਹੁੰਦੀਆਂ ਨੇ, ਤਾਂ ਆਪਾਂ ਉਹਨਾਂ ਨੂੰ ਖੋਲਣਾ ਹੁੰਦਾ।
ਤਾਂ ਇਸ ਲਈ ਮੈਂ ਸਾਰੀਆਂ ਆਪਸ਼ਨਸ ਬੋਲਦਾ। ਕੁਝ ਸਟੂਡੈਂਟਸ ਕਹਿ ਰਹੇ ਸੀ ਕਿ ਸਰ ਸਾਰੀਆਂ ਆਪਸ਼ਨਸ ਨਾ ਬੋਲਿਆ ਕਰੋ, ਤਾਂ ਸਟੂਡੈਂਟਸ ਮੈਂ ਤਾਂ ਹੀ ਬੋਲਦਾ ਤਾਂ ਕਿ ਤੁਹਾਨੂੰ ਜਿਹੜਾ ਪੂਰਾ ਸ਼ਬਦਾਂ ਦੇ ਭੰਡਾਰ ਦੇ ਨਾਲ ਪੂਰੀ ਜਾਣਕਾਰੀ ਹੈ ਜਿਹੜੀ ਦੇ ਸਕਾਂ। ਅੱਗੇ ਸਟੂਡੈਂਟਸ ਦੇਖੋ, ਗਿਆਸੁਦੀਨ ਤੁਗਲਕ ਬੰਗਾਲ ਦੀ ਜਿਹੜੀ ਵੰਡ ਕਰ ਦਿੰਦਾ, ਉਸ ਤੋਂ ਬਾਅਦ ਇਹ ਵਿਭਾਜਨ ਨੂੰ ਖਤਮ ਕੌਣ ਕਰਦਾ ਹੈ? ਦੇਖੋ ਖਤਮ ਕਦੋਂ ਕੀਤਾ ਗਿਆ? 1345 ਚ। ਕਿਸ ਨੇ ਕੀਤਾ? ਆਪਣੇ ਕੋਲੋਂ ਇਹ ਪੁੱਛਿਆ ਕਿ ਕਿਸ ਨੇ ਜਿਹੜਾ ਇਸ ਨੂੰ ਖਤਮ ਕਰ ਦਿੱਤਾ ਸੀ। ਆਪਣੇ ਕੋਲੇ ਸਟੂਡੈਂਟਸ ਆਪਸ਼ਨਾਂ ਪਈਆਂ ਨੇ, ਇਲਿਆਸ ਸ਼ਾਹ, ਮੁਹੰਮਦ ਸ਼ਾਹ, ਸਦੀਕ ਉਲਮੀ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਦੇਖੋ ਜੀ, ਸ਼ਮਸੁਦੀਨ ਪੂਰਾ ਨਾਮ ਸੀ ਹੁੰਦਾ ਸ਼ਮਸੁਦੀਨ ਇਲਿਆਸ ਸ਼ਾਹ। ਠੀਕ ਹੈ, ਇਹ ਆਪਸ਼ਨ ਜਿਹੜੀ ਬਿਲਕੁਲ ਸਹੀ ਹੋ ਜਾਂਦੀ ਹੈ। 1345 ਚ ਕੀ ਕਰਦਾ? ਬੰਗਾਲ ਦੀ ਜਿਹੜੀ ਵੰਡ ਕੀਤੀ ਗਈ ਸੀ ਉਸ ਨੂੰ ਕੈਨਸਲ ਕਰ ਦਿੰਦਾ। ਠੀਕ ਹੈ ਜੀ। ਗੁੱਡ ਮਾਰਨਿੰਗ ਭਾਈ, ਗੁੱਡ ਮਾਰਨਿੰਗ ਸਾਰਿਆਂ ਨੂੰ। ਸਾਰੇ ਸਟੂਡੈਂਟਸ ਨੂੰ ਰਿਕੁਐਸਟ ਹੈ, ਤੁਸੀਂ ਕਮੈਂਟ ਤਾਂ ਜ਼ਰੂਰ ਕਰੋ ਜਿਨ੍ਹਾਂ ਨੂੰ ਆਉਂਦਾ, ਔਰ ਜਿਹੜੇ ਨਹੀਂ ਕਰ ਰਹੇ ਉਹਨਾਂ ਨੂੰ ਇਹੀ ਹੈ ਕਿ ਤੁਸੀਂ ਕਾਪੀ ਉੱਪਰ ਨੋਟ ਕਰ ਲੈਣਾ ਜਿਹੜੇ ਜਿਹੜੇ ਮੈਂ ਆਨਸਰ ਬੋਲੀ ਜਾਂਦਾ। ਠੀਕ ਹੈ ਜੀ। ਔਰ ਜਿਹੜੀਆਂ ਮੈਂ ਗੱਲਾਂ ਬੋਲ ਰਿਹਾ ਨਾਲ ਨਾਲ ਤੁਸੀਂ ਨੋਟ ਕਰ ਸਕਦੇ ਹੋ। ਔਰ ਜਿਹੜੇ ਸਟੂਡੈਂਟ ਲਾਸਟ ਤੇ ਆਉਂਦੇ ਆ ਤਾਂ ਵੀਡੀਓ ਨੂੰ ਇੱਕ ਵਿੱਚ ਆਪਸ਼ਨ ਹੁੰਦੀ ਹੈ ਸਲੋ ਮੋਸ਼ਨ ਦੀ। ਠੀਕ ਹੈ, ਤਾਂ ਸਲੋ ਮੋਸ਼ਨ 'ਚ ਚਲਾ ਸਕਦੇ ਹੋ ਵੀਡੀਓ ਨੂੰ। ਉਹਦੇ 'ਚ ਕੀ ਹੈ, ਆਰਾਮ ਨਾਲ ਤੁਸੀਂ ਲਿਖ ਸਕਦੇ ਹੋ ਜੋ ਜੋ ਮੈਂ ਗੱਲਾਂ ਬੋਲਦਾ। ਤਾਂ ਆਪਣੇ ਕੋਲੇ ਚੌਥਾ ਪ੍ਰਸ਼ਨ ਹੈ ਜੀ, ਅਦੀਨਾ ਮਸਜਿਦ ਦਾ ਨਿਰਮਾਣ ਕਦੋਂ ਕੀਤਾ ਗਿਆ? ਤਾਂ ਦੱਸੋ ਜੀ, ਅਦੀਨਾ ਮਸਜਿਦ ਸੀ ਜਿਹੜੀ ਨਿਰਮਾਣ ਕਦੋਂ ਕੀਤਾ ਗਿਆ? 1345 ਚ, 1364 ਚ, 1374 ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਸਟੂਡੈਂਟਸ ਬੀ ਆਪਸ਼ਨ ਬਿਲਕੁਲ ਸਹੀ ਹੋ ਜਾਏਗੀ। 1364 ਦੇ ਵਿੱਚ ਕੀ ਸੀ? ਪਾਂਡੂਆ ਦੇ ਵਿੱਚ। ਕਿੱਥੇ? ਪਾਂਡੂਆ ਦੇ ਵਿੱਚ ਕੀ ਕੀਤਾ ਗਿਆ? ਅਦੀਨਾ ਮਸਜਿਦ ਦਾ ਨਿਰਮਾਣ ਕੀਤਾ ਗਿਆ। ਕਰਵਾਇਆ ਕਿੰਨੇ ਸੀ? ਇਹ ਕਰਵਾਇਆ ਸੀ ਸੁਲਤਾਨ ਸੀਗਾ ਸਿਕੰਦਰ ਸ਼ਾਹ ਦੇ ਦੁਆਰਾ। ਠੀਕ ਹੈ ਜੀ, ਸਿਕੰਦਰ ਸ਼ਾਹ ਦੇ ਦੁਆਰਾ ਕਰਵਾਇਆ ਗਿਆ ਸੀ। ਅੱਗੇ ਸਟੂਡੈਂਟਸ ਆਪਣੇ ਕੋਲੇ ਅੱਜ ਦਾ ਪੰਜਵਾਂ ਪ੍ਰਸ਼ਨ ਹੈ, ਬੰਗਾਲ ਦਾ ਕਿਹੜਾ ਸ਼ਾਸਕ ਨਿਆਂ ਪ੍ਰਣਾਲੀ ਕਰਕੇ ਜਾਣਿਆ ਜਾਂਦਾ ਸੀ? ਦੱਸੋ ਜੀ, ਨਿਆਂ ਪ੍ਰਣਾਲੀ ਦੇ ਕਰਕੇ ਪ੍ਰਸਿੱਧ ਹੋਇਆ ਸੀ, ਫੇਮਸ ਹੋਇਆ ਸੀ, ਉਹ ਕਿਹੜਾ ਸੀਗਾ? ਏ ਤੇ ਆਪਣੇ ਕੋਲੇ ਪਈ ਹੈ ਅਲਾਉਦੀਨ ਹੁਸੈਨ ਸ਼ਾਹ, ਬੀ ਤੇ ਆਪਣੇ ਕੋਲੇ ਗਿਆਸੁਦੀਨ ਆਜਮ ਸ਼ਾਹ, ਸੀ ਤੇ ਹੈ ਮਹਾਪ੍ਰਭ ਚੈਤਨਯ, ਔਰ ਡੀ ਤੇ ਹੈ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਦੱਸੋ ਜੀ ਕੌਣ ਸੀਗਾ? ਤਾਂ ਦੇਖੋ, ਨਿਆਂ ਪ੍ਰਿਯਤਾ ਯਾਨੀ ਕਿ ਨਿਆਂ ਪ੍ਰਣਾਲੀ ਦੇ ਕਰਕੇ ਫੇਮਸ ਕੌਣ ਹੋਇਆ ਸੀ? ਗਿਆਸੁਦੀਨ ਆਜਮ ਸ਼ਾਹ। ਔਰ ਇਹਦਾ ਰਾਜ ਕਦੋਂ ਤੋਂ ਲੈ ਕੇ ਕਦੋਂ ਤੱਕ ਰਿਹਾ ਸੀ? 1399 ਤੋਂ 1409 ਤੱਕ। ਠੀਕ ਹੈ ਜੀ। ਹੁਣ ਆਪਾਂ ਗੱਲ ਕਰ ਲਈਏ ਹੁਸੈਨ ਸ਼ਾਹ ਦੇ ਬਾਰੇ ਵਿੱਚ। ਇਹਨੇ ਕੀ ਕੀਤਾ? ਇਹਨੇ ਜਿਹੜੀ ਰਾਜਧਾਨੀ ਸੀ ਪਾਂਡੂਆ ਬੰਗਾਲ ਦੀ, ਉਹਨੂੰ ਸਥਾਨਾਂਤਰਨ ਕਰ ਦਿੱਤਾ ਸੀ ਗੋੜ ਦੇ ਵਿੱਚ। ਠੀਕ ਹੈ, ਗੌਰ ਜਾਂ ਗੋੜ ਜਿਹਨੂੰ ਕਹਿੰਦੇ ਆ। ਠੀਕ ਹੈ ਜੀ। ਤਾਂ ਆਪਾਂ ਕਿਹੜਾ ਇਲਾਕਾ ਪੜਿਆ ਸੀਗਾ ਗੌਰ ਜਾਂ ਗੋੜ ਦੇ ਬਾਰੇ? ਲਖਨੌਤੀ ਦਾ ਇਲਾਕਾ। ਔਰ ਹੁਸੈਨ ਸ਼ਾਹ ਦਾ ਹੋਰ ਜਾਣ ਲਈਏ ਕਿ ਰਾਜ ਕਦੋਂ ਤੋਂ ਲੈ ਕੇ ਕਦੋਂ ਤੱਕ ਰਿਹਾ ਸੀ? 1493 ਤੋਂ 1518 ਤੱਕ। ਔਰ ਅੱਗੇ ਇੱਕ ਆਪਣੇ ਕੋਲੇ ਆਪਸ਼ਨ ਪਈ ਹੈ ਮਹਾਪ੍ਰਭੂ ਚੈਤਨਯ। ਇਹ ਕੌਣ ਸੀ? ਇਹ ਅਲਾਉਦੀਨ ਦਾ ਸਮਕਾਲੀ ਸੀਗਾ, ਅਲਾਉਦੀਨ ਦਾ ਸਮਕਾਲੀ। ਠੀਕ ਹੈ ਜੀ। ਤਾਂ ਹੋਰ ਯਾਦ ਰੱਖ ਲਿਓ, ਅਲਾਉਦੀਨ ਨੇ ਕੀ ਸੀ? ਸੱਤਿਆ ਪੀਰ ਨਾਮ ਦਾ ਜਿਹੜਾ ਅੰਦੋਲਨ ਚਲਾਇਆ ਸੀ। ਇਹ ਚੀਜ਼ ਵੀ ਤੁਸੀਂ ਯਾਦ ਰੱਖ ਸਕਦੇ ਹੋ। ਕਿਹੜਾ ਅੰਦੋਲਨ ਚਲਾਇਆ ਸੀ? ਸੱਤਿਆ ਪੀਰ ਦਾ ਅੰਦੋਲਨ। ਠੀਕ ਹੈ ਜੀ। ਇਹ ਚੀਜ਼ਾਂ ਤੁਸੀਂ ਯਾਦ ਰੱਖਣੀਆਂ ਪੂਰੇ ਡੀਪ ਦੇ ਵਿੱਚ। ਮੈਂ ਤਾਂ ਹੀ ਕਰਵਾ ਰਿਹਾ ਕਿ ਇੱਕ ਇੱਕ ਪੁਆਇੰਟ ਜਿਹੜਾ ਪੇਪਰ ਦੇ ਨਜ਼ਰੀਏ ਤੋਂ ਕਰਵਾਇਆ ਜਾਏ। ਅੱਗੇ ਸਟੂਡੈਂਟਸ ਆਪਣੇ ਕੋਲੇ ਅੱਜ ਦਾ 6ਵਾਂ ਪ੍ਰਸ਼ਨ ਹੈ, ਕ੍ਰਿਸ਼ਨ ਵਿਜੇ ਦੀ ਰਚਨਾ ਜਿਹੜੀ ਹੈ ਕਿਸ ਨੇ ਕੀਤੀ ਸੀ? ਤਾਂ ਦੱਸੋ ਜੀ ਕਿੰਨੇ ਕੀਤੀ ਸੀ? ਗਣਰਾਜ ਖਾਨ, ਮਲਾਧਰ ਬਸੂ, ਮਾਲਾਧਰ ਰਾਣਾ ਸੀ, ਸਤਿਆ ਰਾਜ ਖਾਨ। ਦੱਸੋ ਜੀ ਕਿੰਨੇ ਕਰਵਾਈ ਸੀ? ਤਾਂ ਦੇਖੋ ਜੀ ਕੀ ਹੁੰਦਾ, ਮਾਲਾਧਰ ਬਸੂ ਨੇ ਅਲਾਉਦੀਨ ਦੇ ਸ਼ਾਸਨ ਕਾਲ ਦੇ ਵਿੱਚ, ਕਿਹਦੇ ਸ਼ਾਸਨ ਕਾਲ ਚ? ਅਲਾਉਦੀਨ ਦੇ ਸ਼ਾਸਨ ਕਾਲ ਚ ਇਹਦੀ ਰਚਨਾ ਕੀਤੀ। ਠੀਕ ਹੈ, ਕਿੰਦੀ ਰਚਨਾ ਕੀਤੀ ਸੀ? ਕ੍ਰਿਸ਼ਨ ਵਿਜੇ ਦੀ। ਔਰ ਇਹਨੂੰ ਉਪਾਧੀ ਜਿਹੜੀ ਹਾਸਲ ਹੋਈ ਸੀ ਤਾਂ ਕਿਹੜੀ ਹੋਈ ਸੀ? ਗਣਰਾਜ ਖਾਨ ਦੀ। ਠੀਕ ਹੈ, ਤਾਂ ਇਹਦਾ ਜਿਹੜਾ ਬੇਟਾ ਸੀਗਾ ਉਹਨੂੰ ਕਿਹੜੀ ਉਪਾਧੀ ਮਿਲੀ ਸੀ? ਸਤਿਆ ਰਾਜ ਖਾਨ ਦੀ। ਦੇਖੋ ਹੁਣ ਆਪਾਂ ਤਿੰਨੇ ਜਿਹੜੀਆਂ ਨੇ ਆਪਸ਼ਨਸ ਤੁਹਾਨੂੰ ਕਰਵਾ ਦਿੱਤੀਆਂ।
ਹੁਣ ਕਰਵਾਉਣ ਨੂੰ ਸਟੂਡੈਂਟਸ ਮੈਂ ਕੁਐਸਚਨ ਇਸੇ ਦੇ ਹੀ ਨਾ 20 ਕੁਐਸਚਨ ਜੇ ਮੰਨ ਲਓ ਮੈਂ ਤਿਆਰ ਕਰਦਾ ਤੇ ਮੈਂ ਕਰਨ ਨੂੰ 100 ਕਰ ਸਕਦਾ, ਪਰ ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਘੱਟ ਤੋਂ ਘੱਟ ਸਮੇਂ ਦੀ ਵਰਤੋਂ ਕਰਕੇ ਇੱਕ ਕੁਐਸਚਨ ਦੇ ਵਿੱਚ ਹੀ ਸਾਰਾ ਕੁਝ ਜਿਹੜਾ ਪੜ੍ਹਾ ਦਿੱਤਾ ਜਾਵੇ। ਅੱਗੇ ਸਟੂਡੈਂਟਸ ਆਪਣੇ ਕੋਲੇ ਅੱਜ ਦਾ 7ਵਾਂ ਪ੍ਰਸ਼ਨ ਹੈ, ਬੜਾ ਸੋਨਾ ਅਤੇ ਕਦਮ ਰਸੂਲ ਮਸਜਿਦ ਦਾ ਨਿਰਮਾਣ ਕਿਸ ਨੇ ਕਰਵਾਇਆ ਸੀ? ਤਾਂ ਦੱਸੋ ਜੀ, ਬੜਾ ਸੋਨਾ ਤੇ ਕਦਮ ਰਸੂਲ ਸੀ ਜਿਹੜੀ ਮਸਜਿਦ ਉਸ ਦਾ ਨਿਰਮਾਣ ਕਿੰਨੇ ਕਰਵਾਇਆ ਸੀ? ਆਪਣੇ ਕੋਲੇ ਆਪਸ਼ਨਾਂ ਪਈਆਂ, ਬਾਬਰ, ਦਿਲਾਵਰ ਖਾਂ, ਨੁਸਰਤ ਸ਼ਾਹ ਤੇ ਡੀ ਆਪਣੇ ਕੋਲੇ ਪਈ ਨਹੀਂ, ਇੱਥੇ ਆਣਾ ਸੀ ਇਹਨਾਂ ਵਿੱਚੋਂ ਕੋਈ ਨਹੀਂ। ਠੀਕ ਹੈ, ਤਾਂ ਦੱਸੋ ਜੀ ਇਹਨਾਂ 'ਚ ਕਿਹੜੀ ਆਪਸ਼ਨ ਹੈ? ਤਾਂ ਰਾਈਟ ਆਪਣੇ ਕੋਲੇ ਆਪਸ਼ਨ ਕੀ ਹੋ ਜਾਏਗੀ? ਨੁਸਰਤ ਸ਼ਾਹ। ਠੀਕ ਹੈ, ਪੂਰਾ ਨਾਮ ਕੀ ਸੀ? ਸੌਰੀ, ਨਸਾਰੂਦੀਨ ਨੁਸਰਤ ਸ਼ਾਹ। ਇੱਥੇ ਇਹਨੇ ਕਿੱਥੇ ਕਰਵਾਈ ਸੀ? ਗੌੜ ਦੇ ਇਲਾਕੇ 'ਚ ਜਾਂ ਗੌਰ ਦੇ ਇਲਾਕੇ 'ਚ। ਅੱਗੇ ਹੈ ਜੀ, ਦਿਲਾਵਰ ਖਾਨ ਨੇ ਕਿਸ ਰਾਜ ਨੂੰ ਸੁਤੰਤਰ ਘੋਸ਼ਿਤ ਕੀਤਾ? ਦੱਸੋ ਜੀ, ਦਿਲਾਵਰ ਖਾਨ ਨੇ, ਹੁਣ ਆਪਣੀ ਗੱਲ ਚੱਲ ਪਈ ਜੇ ਮਾਲਵੇ ਇਲਾਕੇ ਦੀ, ਡੈਫੀਨੇਟਲੀ ਜੀ ਗੱਲ ਹੈ, ਉਹਨੇ ਕੀ ਸੀਗਾ? ਮਾਲਵੇ ਨੂੰ ਸੁਤੰਤਰ ਘੋਸ਼ਿਤ ਕੀਤਾ। ਕਿ ਇਹਦੇ ਉੱਪਰ ਕਿਸ ਦਾ ਰਾਜ ਨਹੀਂ ਹੈ? 1401 ਈਸਵੀ ਦੇ ਵਿੱਚ ਕੀਤਾ ਸੀ। ਅੱਗੇ ਸਟੂਡੈਂਟਸ ਆਪਣੇ ਕੋਲੇ ਅੱਜ ਦਾ 9ਵਾਂ ਪ੍ਰਸ਼ਨ ਹੈ, ਅਲਪ ਖਾਂ ਕਦੋਂ ਮਾਲਵਾ ਦਾ ਸ਼ਾਸਕ ਬਣਿਆ? ਤਾਂ ਦੱਸੋ ਜੀ, ਅਲਪ ਖਾਂ ਸੀ ਜਿਹੜਾ ਮਾਲਵਾ ਦਾ ਜਿਹੜਾ ਸ਼ਾਸਕ ਹੈ ਉਹ ਕਦੋਂ ਬਣਿਆ ਸੀ? ਆਪਣੇ ਕੋਲੇ ਆਪਸ਼ਨਾਂ ਨੇ 1401, 1405, 1410 ਈਸਵੀ ਜਾਂ 1415 ਈਸਵੀ। ਤਾਂ ਦੇਖੋ ਜੀ, 1405 ਦੇ ਵਿੱਚ ਕੀ ਆ? ਅਲਪ ਖਾਨ ਜਿਹੜਾ ਬਣ ਜਾਂਦਾ ਮਾਲਵਾ ਦਾ ਸ਼ਾਸਕ। ਔਰ ਇਹਨੂੰ ਜਿਹੜੀ ਹੈ ਉਪਾਧੀ ਕਿਹੜੀ ਹਾਸਲ ਹੁੰਦੀ ਹੈ? ਇਹਨੂੰ ਹੁੰਦੀ ਹੈ ਜੀ ਹੁਸ਼ੰਗ ਸ਼ਾਹ। ਯਾਦ ਰੱਖ ਲਿਓ ਕਿਹੜੀ ਉਪਾਧੀ ਲੈ ਕੇ ਬਹਿੰਦਾ? ਹੁਸ਼ੰਗ ਸ਼ਾਹ। ਤੇ ਆਪਣੀ ਰਾਜਧਾਨੀ ਜਿਹੜੀ ਧਾਰਾਂ ਤੋਂ ਕਿੱਥੇ ਲੈ ਜਾਂਦਾ? ਮਾਂਡੂ ਦੇ ਵਿੱਚ। ਇਹ ਰਾਜਧਾਨੀ ਕਿਹੜੀ ਬਣਾ ਦਿੰਦਾ? ਮਾਂਡੂ। ਇਹ ਚੀਜ਼ਾਂ ਤੁਸੀਂ ਯਾਦ ਰੱਖਣੀਆਂ। ਅੱਗੇ ਸਟੂਡੈਂਟਸ ਆਪਣੇ ਕੋਲੇ ਅੱਜ ਦਾ 10ਵਾਂ ਪ੍ਰਸ਼ਨ ਹੈ, ਮਾਲਵਾ ਵਿੱਚ ਖਿਲਜੀ ਵੰਸ਼ ਦੀ ਸਥਾਪਨਾ ਕਿਸ ਨੇ ਕੀਤੀ? ਤਾਂ ਦੱਸੋ ਜੀ, ਮਾਲਵਾ ਦੇ ਵਿੱਚ ਕਿਹਨੇ ਕੀਤੀ ਸੀਗੀ? ਆਪਣੇ ਕੋਲੇ ਆਪਸ਼ਨਾਂ ਨੇ, ਅਲਾਉਦੀਨ ਖਿਲਜੀ, ਬੀ ਤੇ ਅਕਬਰ ਬਾਦਸ਼ਾਹ, ਸੀ ਤੇ ਮੁਬਾਰਕ ਸ਼ਾਹ ਜਾਂ ਡੀ ਤੇ ਆਪਣੇ ਕੋਲੇ ਮਹਿਮੂਦ ਸ਼ਾਹ। ਤਾਂ ਦੇਖੋ ਜੀ, ਖਿਲਜੀ ਵੰਸ਼ ਦੀ ਸਥਾਪਨਾ ਮਾਲਵਾ 'ਚ ਕਰਨ ਵਾਲੇ ਕੌਣ ਸੀ? ਮਹਿਮੂਦ ਸ਼ਾਹ ਸੀ। ਅੱਗੇ ਸਟੂਡੈਂਟਸ ਆਪਣੇ ਕੋਲੇ ਅੱਜ ਦਾ 11ਵਾਂ ਪ੍ਰਸ਼ਨ ਹੈ, ਗੁਜਰਾਤ ਦੇ ਸ਼ਾਸਕ ਬਹਾਦਰ ਸ਼ਾਹ ਨੇ ਕਿਸ ਦੀ ਹੱਤਿਆ ਕਰਕੇ ਮਾਲਵਾ ਨੂੰ ਗੁਜਰਾਤ ਵਿੱਚ ਮਿਲਾ ਲਿਆ ਸੀ? ਤਾਂ ਦੱਸੋ ਜੀ, ਗੁਜਰਾਤ ਦੇ ਵਿੱਚ ਮਾਲਵਾ ਨੂੰ ਕਿਸ ਨੇ ਸ਼ਾਮਲ ਕੀਤਾ ਸੀ? ਠੀਕ ਹੈ, ਕੀਤਾ ਤਾਂ ਸੀਗਾ ਇਹਨੇ, ਕਹਿੰਦੇ ਕਿ ਗੁਜਰਾਤ ਦੇ ਸ਼ਾਸਕ ਬਹਾਦਰ ਸ਼ਾਹ ਨੇ ਕਿਸ ਦੀ ਹੱਤਿਆ ਕਰਕੇ, ਮਤਲਬ ਕਿਹਨੂੰ ਮਾਰ ਕੇ ਮਿਲਾਇਆ ਸੀ? ਕੀਤਾ ਤਾਂ ਸੀਗਾ ਬਹਾਦਰ ਸ਼ਾਹ ਨੇ, ਤਾਂ ਉਹਨੇ ਕਿਹਨੂੰ ਮਾਰ ਦਿੱਤਾ ਸੀਗਾ ਯੁੱਧ ਦੇ ਵਿੱਚ? ਮਹਿਮੂਦ ਪਹਿਲੇ ਨੂੰ, ਮਹਿਮੂਦ ਦੂਜੇ ਨੂੰ, ਮੁਬਾਰਕ ਸ਼ਾਹ ਨੂੰ ਜਾਂ ਅਕਬਰ ਨੂੰ? ਤਾਂ ਸਟੂਡੈਂਟਸ ਆਪਣੇ ਕੋਲੇ ਰਾਈਟ ਆਪਸ਼ਨ ਕੀ ਹੋ ਜਾਏਗੀ? ਮਹਿਮੂਦ ਦੂਜੇ ਨੂੰ। ਬੀ ਆਪਸ਼ਨ ਜਿਹੜੀ ਇੱਥੇ ਬਿਲਕੁਲ ਸਹੀ ਹੋ ਜਾਏਗੀ। ਅੱਗੇ ਸਟੂਡੈਂਟਸ ਆਪਣੇ ਕੋਲੇ ਅੱਜ ਦਾ 12ਵਾਂ ਪ੍ਰਸ਼ਨ ਹੈ, ਹੇਠ ਲਿਖਿਆਂ ਵਿੱਚੋਂ ਕਿਸ ਦਾ ਨਿਰਮਾਣ ਹੁਸ਼ੰਗ ਸ਼ਾਹ ਨੇ ਕਰਵਾਇਆ? ਹੁਸ਼ੰਗ ਸ਼ਾਹ ਕੌਣ ਸੀਗਾ? ਇਹ ਸੀਗਾ ਜੀ ਦਿਲਾਵਰ ਦਾ ਪੁੱਤਰ ਅਲਪ ਖਾਂ। ਯਾਦ ਰੱਖ ਲਓ ਕਿੰਨਾ? ਦਿਲਾਵਰ ਦਾ ਪੁੱਤਰ। ਦਿਲਾਵਰ ਕੌਣ ਸੀ? ਮਾਲਵਾ ਨੂੰ ਸੁਤੰਤਰ ਘੋਸ਼ਿਤ ਕਰਨ ਵਾਲਾ। ਔਰ ਅਲਪ ਖਾਂ ਕੀ ਹੈ? ਮਾਲਵਾ ਦੇ ਉੱਪਰ ਰਾਜ ਕਰਨ ਵਾਲਾ। 1405 ਈਸਵੀ ਚ ਆਉਂਦਾ, ਹੁਸ਼ੰਗ ਸ਼ਾਹ ਦੀ ਜਿਹੜੀ ਗੱਦੀ ਲੈ ਕੇ ਬਹਿੰਦਾ। ਤਾਂ ਇਹਨੇ ਜਿਹੜਾ ਨਿਰਮਾਣ ਕਿਸ ਦਾ ਕਰਵਾਇਆ ਸੀ? ਮਾਂਡੂ ਦੇ ਕਿਲੇ ਦਾ, ਹਿੰਡੋਲਾ ਦਾ, ਜਾਂ ਫਿਰ ਆਪਣੇ ਕੋਲੇ ਆਪਸ਼ਨ ਹੈ ਦਰਬਾਰ ਹਾਲ ਦਾ, ਜਾਂ ਡੀ ਤੇ ਉਪਰੋਕਤ ਸਾਰੇ। ਤਾਂ ਦੇਖੋ ਜੀ, ਇਹਨੇ ਸਾਰਿਆਂ ਦਾ ਜਿਹੜਾ ਨਿਰਮਾਣ ਕਰਵਾਇਆ ਸੀ, ਮਾਂਡੂ ਦਾ ਕਿਲਾ, ਹਿੰਦੋਲਾ ਭਵਨ ਤੇ ਦਰਬਾਰ ਹਾਲ ਦਾ, ਮਤਲਬ ਇੱਕ ਹੀ ਜਗ੍ਹਾ ਤੇ ਕਰਵਾਇਆ। ਔਰ ਇਹਨਾਂ ਚੋਂ ਫੇਮਸ ਕੀ ਸੀਗਾ? ਦਿੱਲੀ ਦਰਵਾਜ਼ਾ। ਇਹ ਵੀ ਚੀਜ਼ਾਂ ਤੁਸੀਂ ਯਾਦ ਰੱਖ ਸਕਦੇ ਹੋ। ਅੱਗੇ ਸਟੂਡੈਂਟਸ ਆਪਣੇ ਕੋਲੇ ਅੱਜ ਦਾ 13ਵਾਂ ਪ੍ਰਸ਼ਨ ਹੈ, ਰੂਪਮਤੀ ਦੇ ਮਹਿਲ ਦਾ ਨਿਰਮਾਣ ਕਿਸ ਨੇ ਕਰਵਾਇਆ? ਤਾਂ ਦੱਸੋ ਜੀ, ਰੂਪਮਤੀ ਦੇ ਮਹਿਲ ਦਾ ਨਿਰਮਾਣ ਕਿੰਨੇ ਕਰਵਾਇਆ ਸੀਗਾ? ਆਪਣੇ ਕੋਲੇ ਆਪਸ਼ਨਾਂ ਨੇ ਸੁਲਤਾਨ ਨਿਸਾਰੂਦੀਨ, ਗਿਆਸੁਦੀਨ ਖਿਲਜੀ, ਕੁਸ਼ਕ ਮਹਿਲ ਜਾਂ ਇਹਨਾਂ ਵਿੱਚੋਂ ਕੋਈ। ਆਪਣੇ ਕੋਲੇ ਰਾਈਟ ਆਪਸ਼ਨ ਕੀ ਹੋ ਜਾਏਗੀ ਸਟੂਡੈਂਟ? ਸੁਲਤਾਨ ਨਿਸਾਰੂਦੀਨ। ਥੋੜੀ ਜਿਹੀ ਆਪਾਂ ਕੁਸ਼ਕ ਮਹਿਲ ਬਾਰੇ ਵੀ ਗੱਲ ਕਰ ਲਈਏ।
ਪੁਸ਼ਕ ਮਹਿਲ ਸੀਗਾ ਮਹਿਮੂਦ ਖਿਲਜੀ ਨੇ ਬਣਵਾਇਆ ਸੀ ਫਤਿਹਬਾਦ ਨਾਮਕ ਜਗ੍ਹਾ ਤੇ। ਠੀਕ ਹੈ, ਇਹ ਵੀ ਯਾਦ ਰੱਖ ਲੈਣਾ, ਫਤਿਹਬਾਦ ਨਾਮਕ ਜਗ੍ਹਾ ਦੇ ਉੱਤੇ। ਅੱਗੇ ਸਟੂਡੈਂਟਸ ਆਪਣੇ ਕੋਲੇ ਅੱਜ ਦਾ 14ਵਾਂ ਪ੍ਰਸ਼ਨ ਹੈ। ਅਲਾਉਦੀਨ ਦੇ ਦੁਆਰਾ ਗੁਜਰਾਤ ਨੂੰ, ਦੇਖੋ ਹੁਣ ਗੁਜਰਾਤ ਚੱਲ ਪਿਆ, ਪਹਿਲਾਂ ਆਪਾਂ ਕੀ ਪੜਿਆ ਸੀਗਾ, ਇਸ ਤੋਂ ਪਹਿਲਾਂ ਅਸੀਂ ਮਾਲਵਾ ਪੜਿਆ। ਠੀਕ ਹੈ ਜੀ, ਔਰ ਮਾਲਵਾ ਤੋਂ ਪਹਿਲਾਂ ਆਪਾਂ ਪੜਿਆ ਸੀ ਬੰਗਾਲ, ਹੁਣ ਚੱਲ ਪਿਆ ਗੁਜਰਾਤ, ਔਰ ਇਸ ਤੋਂ ਬਾਅਦ ਖਾਨਾ ਦੇਸ਼, ਯਾਨੀ ਕਿ 4 ਪੜ ਕੇ ਰਾਜ। ਤਾਂ ਆਪਣਾ ਇਹ ਜਿਹੜਾ ਅੱਜ ਦਾ ਟੌਪਿਕ ਕੰਪਲੀਟ ਹੋ ਜਾਏਗਾ। ਆਪਾਂ ਕੁਐਸਚਨ ਦੇ ਵੱਲ ਨੂੰ ਵਧਦੇ ਹਾਂ। ਆਪਣੇ ਕੋਲੇ 14ਵਾਂ ਪ੍ਰਸ਼ਨ ਹੈ, ਅਲਾਉਦੀਨ ਦੇ ਦੁਆਰਾ ਗੁਜਰਾਤ ਨੂੰ ਦਿੱਲੀ ਸਲਤਨਤ ਵਿੱਚ ਕਦੋਂ ਸ਼ਾਮਲ ਕੀਤਾ ਗਿਆ? ਦੱਸੋ ਜੀ। ਪਹਿਲੇ ਤਾਂ ਆਪਣੇ ਕੋਲੇ ਕੁਐਸਚਨ 'ਚ ਹੀ ਕਲੀਅਰ ਕਰ ਦਿੱਤਾ ਮੈਂ ਕਿ ਅਲਾਉਦੀਨ ਨੇ ਹੀ ਗੁਜਰਾਤ ਨੂੰ ਦਿੱਲੀ, ਹਾਂ ਸਹੀ ਹੈ, ਗੁਜਰਾਤ ਨੂੰ ਦਿੱਲੀ ਸਲਤਨਤ ਦੇ ਵਿੱਚ ਸ਼ਾਮਲ ਕੀਤਾ ਸੀ। ਔਰ ਕਦੋਂ ਕੀਤਾ? 1292 ਚ, 98 ਚ ਜਾਂ 99 ਚ, ਜਾਂ ਡੀ ਤੇ ਇਹਨਾਂ ਵਿੱਚੋਂ ਕੋਈ ਨਹੀਂ। ਸਟੂडेंट्स ਆਪਣੇ ਕੋਲੇ ਰਾਈਟ ਆਪਸ਼ਨ ਹੋ ਜਾਏਗੀ ਡੀ, ਇਹਨਾਂ ਵਿੱਚੋਂ ਕੋਈ ਨਹੀਂ। ਦੇਖੋ ਜੀ, ਗੁਜਰਾਤ ਨੂੰ ਅਲਾਉਦੀਨ ਦੇ ਦੁਆਰਾ ਜਦੋਂ ਸ਼ਾਮਲ ਕੀਤਾ ਗਿਆ ਦਿੱਲੀ ਸਲਤਨਤ ਦੇ ਵਿੱਚ, ਤਾਂ ਉਦੋਂ ਈਸਵੀ ਕਿਹੜੀ ਸੀ? 1297 ਸੀ। ਇਹ ਚੀਜ਼ ਤੁਸੀਂ ਯਾਦ ਰੱਖ ਲੈਣੀ ਹੈ। ਬਹੁਤੇ ਸਟੂਡੈਂਟ ਤਾਂ ਇਹੀ ਸੀ ਕਿ ਸਰ ਜਿਹੜਾ ਡੀ ਚੋਂ ਕਦੇ ਪਾਉਂਦੇ ਨਹੀਂਗੇ, ਇਹਨਾਂ ਵਿੱਚੋਂ ਕੋਈ ਚੋਂ, ਮਤਲਬ ਇਹਨਾਂ ਵਿੱਚੋਂ ਕੋਈ ਨਹੀਂ, ਆਪਸ਼ਨ ਚੋਂ ਸਰ ਨਹੀਂ ਪਾਉਂਦੇ, ਪਰ ਅੱਜ ਮੈਂ ਕੁਐਸਚਨ ਪਾਇਆ ਤਾਂ ਐਗਜ਼ਾਮੀਨਰ ਵੀ ਪਾ ਸਕਦਾ ਹੈ। ਇਸ ਕਰਕੇ ਤੁਸੀਂ ਆਪਣੇ ਆਪ ਨੂੰ ਪੂਰਾ ਪ੍ਰਪੇਅਰ ਕਰਕੇ ਜਾਣਾ ਹੈ। ਅੱਗੇ ਵਧਦੇ ਹਾਂ ਜੀ। ਅੱਗੇ ਗੁਜਰਾਤ ਦਾ ਸੁਤੰਤਰ ਸੁਲਤਾਨ ਕੌਣ ਬਣਿਆ? ਤਾਂ ਦੱਸੋ ਜੀ, ਗੁਜਰਾਤ ਦਾ ਜਿਹੜਾ ਸੁਤੰਤਰ ਸੁਲਤਾਨ ਹੈ ਜਿਹੜਾ, ਉਹ ਕੌਣ ਬਣਦਾ? ਮੁਹੰਮਦ ਸ਼ਾਹ ਤੁਗਲਕ, ਜ਼ਫਰ ਖਾਨ, ਅਲਾਉਦੀਨ, ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਦੇਖੋ ਸਟੂਡੈਂਟਸ, ਜ਼ਫਰ ਖਾਨ ਬਣਦਾ। ਔਰ ਜ਼ਫਰ ਖਾਨ ਹੈਗਾ ਕੌਣ ਸੀ? ਇਹਨੂੰ ਕੌਣ ਹੈ? ਮੁਹੰਮਦ ਸ਼ਾਹ ਤੁਗਲਕ ਕੀ ਕਰਦਾ? ਇਹਨੂੰ ਨਿਯੁਕਤ ਕਰ ਦਿੰਦਾ ਗੁਜਰਾਤ ਦਾ ਸੂਬੇਦਾਰ, ਜ਼ਫਰ ਖਾਨ ਨੂੰ। ਤਾਂ ਉਹ ਸੁਲਤਾਨ ਮੁਜ਼ੱਫਰ ਸ਼ਾਹ ਦੀ ਉਪਾਧੀ ਲੈ ਕੇ ਜਿਹੜਾ ਗੁਜਰਾਤ ਦਾ ਸੁਲਤਾਨ ਬਣ ਜਾਂਦਾ, ਸੁਤੰਤਰ ਸੁਲਤਾਨ ਬਣ ਜਾਂਦਾ। ਠੀਕ ਹੈ ਜੀ। ਈਸਵੀ ਪੁੱਛ ਲੈਣ ਤਾਂ ਕਿਹੜੀ ਸੀ? 1407 ਈਸਵੀ ਦੇ ਵਿੱਚ। ਅੱਗੇ ਸਟੂਡੈਂਟਸ ਆਪਣੇ ਕੋਲੇ ਅੱਜ ਦਾ 16ਵਾਂ ਪ੍ਰਸ਼ਨ ਹੈ ਜੀ। ਗੁਜਰਾਤ ਵਿੱਚ ਅਹਿਮਦਾਬਾਦ ਨਗਰ ਦੀ ਸਥਾਪਨਾ ਕਿਸ ਨੇ ਕੀਤੀ? ਦੇਖੋ, ਅਹਿਮਦਾਬਾਦ ਨਗਰ ਬਾਰੇ ਤੁਸੀਂ ਵੀ ਸੁਣਿਆ ਹੋਣਾ। ਤਾਂ ਉਹਦੀ ਸਥਾਪਨਾ ਜਿਹੜੀ ਕਿਸ ਦੇ ਦੁਆਰਾ ਕੀਤੀ ਗਈ ਸੀ? ਆਪਾਂ ਨੂੰ ਪੇਪਰ ਦੇ ਵਿੱਚ ਇਹ ਪੁੱਛਿਆ ਗਿਆ ਕੁਐਸਚਨ ਦੇ ਵਿੱਚ। ਏ ਤੇ ਹੈ ਅਹਿਮਦ ਸ਼ਾਹ, ਬੀ ਤੇ ਹੈ ਮਹਿਮੂਦ ਬੇਗੜਾ, ਸੀ ਤੇ ਹੈ ਬਹਾਦਰ ਸ਼ਾਹ। ਦੇਖੋ, ਇਹ ਤਿੰਨੇ ਗੁਜਰਾਤ ਦੇ ਪ੍ਰਮੁੱਖ ਸ਼ਾਸਕ ਹੋਏ ਨੇ। ਪਹਿਲਾਂ ਤਾਂ ਮੈਂ ਇਹ ਬਾਰੇ ਦੱਸਦਾ ਇਹਨਾਂ ਬਾਰੇ। ਅਹਿਮਦ ਸ਼ਾਹ ਸੀ ਜਿਹੜਾ 1411 ਤੋਂ 52 ਤੱਕ ਟਿਕਿਆ ਰਹਿੰਦਾ। ਔਰ ਅੱਗੇ ਮਹਿਮੂਦ ਬੇਗੜਾ, ਇਹ ਕੀ ਸੀਗਾ? 1458 ਤੋਂ ਲੈ ਕੇ 1511 ਤੱਕ ਟਿਕਿਆ ਰਹਿੰਦਾ। ਠੀਕ ਹੈ ਜੀ। ਔਰ ਅੱਗੇ ਆਪਣੇ ਕੋਲੇ ਬਹਾਦਰ ਸ਼ਾਹ, ਇਹ 1526 ਤੋਂ ਲੈ ਕੇ 1537 ਤੱਕ ਜਿਹੜਾ ਟਿਕਿਆ ਰਹਿੰਦਾ। ਤਾਂ ਦੱਸੋ ਜੀ, ਅਹਿਮਦਾਬਾਦ ਨਗਰ ਦੀ ਸਥਾਪਨਾ ਜਿਹੜੀ ਕਿਹਨੇ ਕੀਤੀ ਸੀ? ਤਾਂ ਉਹ ਬੰਦਾ ਆਪਦੇ ਨਾਮ ਤੋਂ ਹੀ ਕਰੇਗਾ, ਮੋਸਟਲੀ ਇਹੀ ਹੁੰਦਾ, ਜਾਂ ਫਿਰ ਆਪਣੇ ਧੀਆਂ ਪੁੱਤਰਾਂ ਦੇ ਨਾਮਾਂ ਤੋਂ ਕਰਦਾ। ਮੋਸਟਲੀ ਪੁੱਤਰਾਂ ਦੇ ਜਾਂ ਪਿਓਾਂ ਦੇ ਨਾਮਾਂ ਤੋਂ ਹੀ ਕੀਤੀ ਗਈ ਆ। ਅਹਿਮਦ ਸ਼ਾਹ ਨੇ ਕੀਤੀ ਸੀ ਅਹਿਮਦਾਬਾਦ ਜਿਹੜਾ ਨਗਰ ਦੀ ਸਥਾਪਨਾ। ਤੇ ਇਹਨੇ ਫਿਰ ਕੀ ਕੀਤਾ? ਇਹ ਕੀਤੀ ਕਿੰਨੀ ਨਦੀ ਦੇ ਕਿਨਾਰੇ ਸੀ? ਇਹ ਵੀ ਯਾਦ ਰੱਖ ਲਿਓ, ਸਾਬਰਮਤੀ ਨਦੀ ਆ। ਕਿਹੜੀ? ਸਾਬਰਮਤੀ। ਇਹ ਇੰਪੋਰਟੈਂਟ ਹੈ ਕਿ ਅਹਿਮਦਾਬਾਦ ਨਗਰ ਕਿਹੜੀ ਨਦੀ ਦੇ ਕਿਨਾਰੇ ਤੇ ਆ? ਤਾਂ ਉਹ ਸਾਬਰਮਤੀ ਨਦੀ ਦੇ ਕਿਨਾਰੇ ਤੇ ਆ। ਔਰ ਹੋਰ ਯਾਦ ਰੱਖਣਾ ਹੋਵੇ ਤਾਂ ਇਹਨੇ ਕੀ ਕੀਤਾ ਸੀ? ਪਾਟਨ ਤੋਂ ਰਾਜਧਾਨੀ ਲੈ ਗਿਆ ਸੀ ਚੱਕ ਕੇ ਅਹਿਮਦਾਬਾਦ ਦੇ ਵਿੱਚ। ਅੱਗੇ ਸਟੂਡੈਂਟਸ ਆਪਣੇ ਕੋਲੇ ਅੱਜ ਦਾ 17ਵਾਂ ਪ੍ਰਸ਼ਨ ਹੈ। ਗੁਜਰਾਤ ਨੂੰ ਮੁਗਲ ਸਾਮਰਾਜ ਵਿੱਚ ਕਿਸ ਦੁਆਰਾ ਸ਼ਾਮਲ ਕੀਤਾ ਗਿਆ? ਤਾਂ ਦੱਸੋ ਜੀ, ਗੁਜਰਾਤ ਨੂੰ ਕਿੰਨੇ ਸ਼ਾਮਲ ਕੀਤਾ ਸੀਗਾ? ਤਾਂ ਆਪਣੇ ਕੋਲੇ ਆਪਸ਼ਨਾਂ ਪਈਆਂ ਹਮਾਯੂ, ਜਹਾਂਗੀਰ, ਅਕਬਰ ਤੇ ਹੇਮੂ। ਤਾਂ ਦੇਖੋ, ਅਕਬਰ ਦੇ ਦੁਆਰਾ ਗੁਜਰਾਤ ਨੂੰ ਮੁਗਲ ਸਾਮਰਾਜ ਦੇ ਵਿੱਚ ਸ਼ਾਮਲ ਕੀਤਾ ਗਿਆ 1572 ਚ। ਇਹ ਵੀ ਤੁਸੀਂ ਯਾਦ ਰੱਖ ਸਕਦੇ ਹੋ। ਠੀਕ ਹੈ ਜੀ। ਅੱਗੇ ਸਟੂਡੈਂਟਸ ਆਪਣੇ ਕੋਲੇ ਅੱਜ ਦਾ 18 ਨੰਬਰ ਪ੍ਰਸ਼ਨ ਹੈ। ਖਾਨ ਦੇਸ਼ ਦੀ ਸਥਾਪਨਾ ਕਿਸ ਨੇ ਕੀਤੀ? ਤਾਂ ਦੱਸੋ ਜੀ, ਖਾਨ ਦੇਸ਼ ਦੀ ਸਥਾਪਨਾ ਜਿਹੜੀ ਆ ਕਿਸ ਦੁਆਰਾ ਕੀਤੀ ਗਈ ਸੀ? ਤਾਂ ਆਪਣੇ ਕੋਲੇ ਆਪਸ਼ਨਾਂ ਨੇ ਜੀ ਫਿਰੋਜ਼ ਸ਼ਾਹ ਤੁਗਲਕ, ਮਲਿਕ ਅਹਿਮਦ ਖਾਨ ਸ਼ਾਹ,
ਤੇ ਡੀ ਤੇ ਆਪਣੇ ਕੋਲੇ ਅਕਬਰ। ਤਾਂ ਦੇਖੋ ਜੀ ਮਲਿਕ ਅਹਿਮਦ ਦੇ ਦੁਆਰਾ ਕੀਤੀ ਗਈ, ਠੀਕ ਹੈ, ਕਦੋਂ ਕੀਤੀ ਗਈ ਸੀ? 1382 ਦੇ ਵਿੱਚ। ਔਰ ਇੱਥੇ ਆਪਾਂ ਇੱਕ ਹੋਰ ਜਿਹੜੀ ਆਪਣੇ ਕੋਲੇ ਆਪਸ਼ਨ ਪਈ ਹੈ, ਫਿਰੋਜ਼ ਸ਼ਾਹ ਤੁਗਲਕ, ਇਹਨੂੰ ਵੀ ਗੱਲ ਕਰੀਏ। ਕੀ ਹੁੰਦਾ? ਤੁਗਲਕ ਵੰਸ਼ ਦਾ ਜਦੋਂ ਪਤਨ ਹੋ ਰਿਹਾ ਹੁੰਦਾ, ਯਾਨੀ ਕਿ ਤੁਗਲਕ ਵੰਸ਼ ਜਿਹੜਾ ਹਾਰ ਰਿਹਾ ਹੁੰਦਾ, ਤਾਂ ਫਿਰੋਜ਼ ਸ਼ਾਹ ਤੁਗਲਕ ਜਿਹੜਾ ਸੀ ਇਹਦਾ ਸੂਬੇਦਾਰ ਹੀ ਹੁੰਦਾ ਮਲਿਕ ਅਹਿਮਦ। ਕੌਣ ਹੁੰਦਾ? ਮਲਿਕ ਅਹਿਮਦ। ਇਹਦਾ ਪੂਰਾ ਨਾਮ ਕੀ ਸੀਗਾ? ਰਾਜਾ ਫਾਰੂਕੀ। ਮਲਿਕ ਅਹਿਮਦ ਰਾਜਾ ਫਾਰੂਕੀ। ਤੇ ਇਹ ਕੀ ਕਰਦਾ? ਨਰਮਦਾ ਤੇ ਤਾਪਤੀ ਨਦੀ ਦੇ ਵਿਚਕਾਰ, ਕਿਹੜੀ ਨਦੀ? ਨਰਮਦਾ ਦੱਖਣ ਵਾਲੇ ਪਾਸੇ ਆ ਤੇ ਤਾਪਤੀ ਨਦੀ, ਤਾਂ ਇਹਨਾਂ ਦੇ ਵਿਚਕਾਰ ਕੀ ਕਰਦਾ? ਖਾਨਦੇਸ਼ ਦੀ ਸਥਾਪਨਾ ਕਰ ਦਿੰਦਾ 1382 ਈਸਵੀ ਦੇ ਵਿੱਚ। ਇਸ ਤਰੀਕੇ ਦੇ ਨਾਲ ਤੁਸੀਂ ਯਾਦ ਰੱਖ ਸਕਦੇ ਹੋ। ਅੱਗੇ ਹੈ ਜੀ, ਖਾਨਦੇਸ਼ ਦੀ ਕਿਹੜੀ ਰਾਜਧਾਨੀ ਸੀ? ਤਾਂ ਦੱਸੋ ਜੀ, ਖਾਨਦੇਸ਼ ਦੀ ਰਾਜਧਾਨੀ ਕਿਹੜੀ ਸੀ? ਅਸੀਰਗੜ੍ਹ, ਖਾਨਦੇਸ਼, ਜਾਂ ਫਿਰ ਬੁਰਹਾਨਪੁਰ, ਜਾਂ ਡੀ ਤੇ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਦੇਖੋ ਜੀ ਖਾਨਦੇਸ਼ ਦੀ ਰਾਜਧਾਨੀ ਸੀ ਬੁਰਹਾਨਪੁਰ, ਇਹ ਯਾਦ ਰੱਖਣਾ। ਔਰ ਇੱਥੇ ਆਪਣੇ ਕੋਲ ਇੱਕ ਹੋਰ ਆਪਸ਼ਨ ਪਈ ਆ, ਅਸੀਰਗੜ੍ਹ। ਤਾਂ ਇਹ ਕੀ ਸੀਗਾ? ਇੱਕ ਖਾਨਦੇਸ਼ ਦੇ ਵਿੱਚ ਸੈਨਿਕ ਖੇਤਰ ਸੀਗਾ, ਯਾਦ ਰੱਖ ਲਓ। ਕਿਹੜਾ ਖੇਤਰ ਸੀਗਾ? ਸੈਨਿਕ ਖੇਤਰ ਸੀਗਾ। ਅੱਗੇ ਸਟੂਡੈਂਟਸ ਆਪਣੇ ਕੋਲੇ ਅੱਜ ਦਾ 20 ਨੰਬਰ ਪ੍ਰਸ਼ਨ ਹੈ, ਕਿਸ ਦੁਆਰਾ, ਆਪਣੇ ਕੋਲੇ ਕੁਐਸਚਨ ਜਿਹੜਾ ਗਲਤ ਹੋ ਗਿਆ, ਕਿਸ ਦੁਆਰਾ ਖਾਨਦੇਸ਼ ਨੂੰ ਮੁਗਲ ਸਾਮਰਾਜ ਵਿੱਚ ਸ਼ਾਮਲ ਕੀਤਾ ਗਿਆ? ਤਾਂ ਦੇਖੋ ਜੀ ਕਿਹਨੇ ਕੀਤਾ ਸੀ? ਆਪਣੇ ਕੋਲੇ ਆਪਸ਼ਨਾਂ ਨੇ, ਹਮਾਯੂ ਨੇ, ਜਹਾਂਗੀਰ ਨੇ, ਅਕਬਰ ਨੇ, ਜਾਂ ਹਿਮੂ ਨੇ। ਤਾਂ ਦੇਖੋ ਅਕਬਰ ਨੇ ਕੀਤਾ, ਕਦੋਂ ਕੀਤਾ ਸੀ? 1601 ਈਸਵੀ ਦੇ ਵਿੱਚ। ਸੋ ਸਟੂਡੈਂਟਸ ਇਹ ਸੀਗਾ ਸਾਡਾ ਅੱਜ ਦਾ ਲਾਸਟ ਪ੍ਰਸ਼ਨ, ਔਰ ਅੱਜ ਦੀ ਸਾਡੀ ਲਾਸਟ ਵੀਡੀਓ ਸੀ ਮੈਡੀਵਲ ਇੰਡੀਆ ਤੇ। ਆਪਾਂ ਜਿਹੜਾ ਸਾਰਾ ਕੁਝ ਹੀ ਕੰਪਲੀਟ ਕਰ ਚੁੱਕੇ ਹਾਂ। ਜਿਹੜੇ ਸਟੂਡੈਂਟ ਨਵੇਂ ਨੇ ਉਹ ਮਾਡਰਨ ਇੰਡੀਆ ਵੀ ਸਾਡੇ ਚੈਨਲ ਦੇ ਉੱਪਰ ਪੜ੍ਹ ਲੈਣ, ਔਰ ਮੈਡੀਵਲ ਇੰਡੀਆ ਵੀ। ਤਾਂ ਹੁਣ ਆਪਾਂ ਮੰਡੇ ਤੋਂ, ਯਾਨੀ ਕਿ ਕੱਲ ਤੋਂ ਸ਼ੁਰੂਆਤ ਕਰਨ ਜਾ ਰਹੇ ਹਾਂ ਵਰਲਡ ਹਿਸਟਰੀ ਦੇ ਬਾਰੇ ਨੂੰ। ਔਰ ਸਾਰੇ ਸਟੂਡੈਂਟਸ ਨੂੰ ਰਿਕੁਐਸਟ ਹੈ, ਕੋਸ਼ਿਸ਼ ਕਰਿਆ ਕਰੋ ਲਾਈਵ ਚ ਆਉਣ ਦੀ। ਜੇਕਰ ਤੁਹਾਡੇ ਕੋਈ ਡਾਊਟ ਰਹਿ ਜਾਂਦੇ ਨੇ ਤਾਂ ਉਹ ਟੈਕਸਟ ਦੇ ਵਿੱਚ ਨੀਚੇ ਸਾਡੀ ਟੀਮ ਹੈ ਜਿਹੜਾ ਤੁਹਾਡੇ ਜਵਾਬ ਦਿੰਦੀ ਰਹਿੰਦੀ ਆ। ਕੋਸ਼ਿਸ਼ ਮੈਂ ਵੀ ਕਰਦਾ ਕਿ ਮੈਂ ਵੀ ਟੈਕਸਟ ਕਰਾਂ, ਜੇਕਰ ਮੇਰੇ ਕੋਲ ਨਹੀਂ ਹੁੰਦਾ ਤਾਂ ਮੇਰੀ ਟੀਮ ਜ਼ਰੂਰ ਕਰਦੀ ਹੈ। ਸੋ ਸਟੂਡੈਂਟਸ, ਸਾਰੇ ਸਟੂਡੈਂਟਸ ਚੈਨਲ ਦੇ ਨਾਲ ਜੁੜੇ ਰਹੋ। ਆਪਾਂ ਪੀਐਸ ਟੈਟ ਦੀ ਕੋਚਿੰਗ ਵੀ ਸ਼ੁਰੂ ਕਰ ਰਹੇ ਹਾਂ ਜਲਦੀ। ਜਿਹੜੇ ਸਟੂਡੈਂਟਸ ਹਜੇ ਸਾਡੇ ਨਾਲ ਜੁੜੇ ਨੇ, ਉਹਨਾਂ ਦੇ ਭੈਣ ਭਾਈ ਜਾਂ ਕੋਈ ਫਰੈਂਡ ਹੈ ਜਿਨ੍ਹਾਂ ਦਾ ਹਜੇ ਤੱਕ ਪੀਐਸ ਟੈਟ 2 ਜਾਂ 1 ਕਲੀਅਰ ਨਹੀਂ ਹੋਇਆ, ਤਾਂ ਉਹ ਵੀ ਸਾਡੇ ਨਾਲ ਜੁੜਨ। ਤਾਂ ਵੱਧ ਤੋਂ ਵੱਧ ਕੀ ਹੈ, ਸਾਡੇ ਨਾਲ ਤਿਆਰੀ ਕਰਨ। ਫ੍ਰੀ ਆਫ ਕਾਸਟ ਲੋੜਵੰਦ ਬੱਚਿਆਂ ਦੇ ਲਈ ਇਹ ਚੈਨਲ ਬਣਾਇਆ ਗਿਆ ਹੈ। ਸਾਰੇ ਸਟੂਡੈਂਟਸ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਔਰ ਸਬਸਕ੍ਰਾਈਬ ਕਰਨਾ ਕੋਈ ਵੀ ਨਾ ਭੁੱਲੇ। ਸੋ ਸਟੂਡੈਂਟਸ, ਕੁੱਬਾ ਲਰਨੋਲਜੀ ਫ੍ਰੀ ਐਜੂਕੇਸ਼ਨ ਚੈਨਲ ਵਿੱਚ ਆਉਣ ਲਈ ਤੁਹਾਡਾ ਸਭ ਦਾ ਧੰਨਵਾਦ।